Hello students, myself Dr. Satwinder Kaur. ਅਸੀਂ ਪਿਛਲੇ ਲੈਕਚਰ ਨੂੰ ਕੰਟੀਨਿਊ ਕਰਾਂਗੇ। ਪਿਛਲੇ ਲੈਕਚਰ 'ਚ ਵੀ ਡਿਸਕਸ ਅਬਾਊਟ ਦ ਰੂਰਲ ਕ੍ਰੈਡਿਟ। ਸੋ ਆਪਾਂ ਗੱਲ ਕੀਤੀ ਸੀ ਰੂਰਲ ਕ੍ਰੈਡਿਟ ਜਾਂ ਰੂਰਲ ਫਾਈਨੈਂਸ ਦੀ ਜ਼ਰੂਰਤ ਕਿਉਂ ਪੈਂਦੀ ਹੈ ਤੇ ਕਿਹੜੇ ਸੋਰਸਿਸ ਨੇ। ਅਨਆਰਗੇਨਾਈਜ਼ਡ ਸੋਰਸਿਸ ਵਿੱਚ ਮਨੀ ਲੈਂਡਰਸ ਆ ਜਾਂਦੇ ਆ, ਨੇਬਰਸ ਆ ਜਾਂਦੇ ਆ, ਰਿਲੇਟਿਵਸ ਐਂਡ ਫਰੈਂਡਸ ਆ ਜਾਂਦੇ ਆ, ਆੜਤੀਏ ਆ ਜਾਂਦੇ ਆ। ਉਸ ਤੋਂ ਬਾਅਦ ਆਪਾਂ ਕੁਝ ਗਵਰਨਮੈਂਟ, ਨੈਸ਼ਨਲ ਕੋਆਪਰੇਟਿਵ ਡਿਵੈਲਪਮੈਂਟ ਕਾਰਪੋਰੇਸ਼ਨਸ, ਕੋਆਪਰੇਟਿਵ ਸੁਸਾਇਟੀਜ਼ ਦੀ ਗੱਲ ਕੀਤੀ ਸੀ। ਸੋ ਨਾਓ ਦ ਨੈਕਸਟ ਸੋਰਸ ਇਜ਼ ਦਾ ਕਮਰਸ਼ੀਅਲ ਬੈਂਕਸ। ਕਮਰਸ਼ੀਅਲ ਬੈਂਕਸ 1969 'ਚ 14 ਕਮਰਸ਼ੀਅਲ ਬੈਂਕਸ ਦੀ ਨੈਸ਼ਨਲਾਈਜੇਸ਼ਨ ਹੋਈ ਸੀ ਤੇ 6 ਹੋਰ 1980 ਵਿੱਚ ਗਵਰਨਮੈਂਟ ਆਫ ਇੰਡੀਆ ਦੇ ਅੰਡਰ ਆ ਗਏ ਸੀ, ਨੈਸ਼ਨਲਾਈਜ਼ਡ ਹੋ ਗਏ ਸੀ, ਰਾਸ਼ਟਰੀਕਰਨ ਹੋ ਗਿਆ ਸੀ ਇਹਨਾਂ ਦਾ। ਇਹਨਾਂ ਨੇ ਟਾਈਮ ਆਫਟਰ ਟਾਈਮ ਜਿਹੜਾ ਹੈ ਫਾਰਮਿੰਗ ਸੈਕਟਰ ਨੂੰ ਜਿਹੜੇ ਨੇ ਲੋਨਸ ਪ੍ਰੋਵਾਈਡ ਕੀਤੇ ਨੇ, ਜਿਹਦੇ ਵਿੱਚ ਜਿਵੇਂ 1969 ਦੇ ਵਿੱਚ ਰੂਰਲ ਕ੍ਰੈਡਿਟ ਟੋਟਲ ਜਿਹੜਾ ਸੀ 1.6% ਜਿਹੜਾ ਹੈ ਕਮਰਸ਼ੀਅਲ ਬੈਂਕਸ ਦੇ ਵੱਲੋਂ ਜਿਹੜਾ ਹੈ ਦਿੱਤਾ ਜਾਂਦਾ ਸੀ। ਫਿਰ ਉਸ ਤੋਂ ਬਾਅਦ ਐਕਸਟੈਂਡ ਹੋ ਗਿਆ 1975-76 'ਚ ਇਹ 212 ਕਰੋੜ ਰੁਪਏ ਦੀ ਅਮਾਊਂਟ ਜਿਹੜੀ ਹੈ ਰੂਰਲ ਕ੍ਰੈਡਿਟ ਦੇ ਲਈ ਦਿੱਤੀ ਗਈ। ਪ੍ਰੈਜ਼ੈਂਟਲੀ ਇਹ ਟੋਟਲ ਬੈਂਕ ਦਾ ਜਿਹੜਾ ਹੈ ਪ੍ਰਾਇਓਰਟੀ ਸੈਕਟਰ ਬੈਂਕਿੰਗ ਜਿਹੜੀ ਟਰਮ ਯੂਜ਼ ਕੀਤੀ ਜਾਂਦੀ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਕਿ ਇਹਨਾਂ ਸੈਕਟਰਸ ਦੇ ਲਈ 18% ਜਿਹੜਾ ਹੈ ਟੋਟਲ ਕ੍ਰੈਡਿਟ ਫੈਸਿਲਿਟੀ ਜਿਹੜੀ ਕਮਰਸ਼ੀਅਲ ਬੈਂਕਸ ਵੱਲੋਂ ਉਹਦਾ 18% ਰੂਰਲ ਫਾਈਨੈਂਸਿੰਗ ਦੇ ਲਈ ਰੱਖਿਆ ਗਿਆ। ਨੈਕਸਟ ਹੈ ਰੀਜਨਲ ਰੂਰਲ ਬੈਂਕਸ, ਇਹਨਾਂ ਨੂੰ ਸ਼ਾਰਟ 'ਚ ਕਹਿੰਦੇ ਨੇ RRBs। ਇਹ RBI ਨੇ ਸੈਟਅਪ ਕੀਤੇ ਸੀਗੇ ਜਿਹੜੇ ਕਿ ਸਪਾਂਸਰ ਕੀਤੇ ਜਾਂਦੇ ਨੇ ਕਮਰਸ਼ੀਅਲ ਬੈਂਕ ਦੇ ਵੱਲੋਂ। ਪੂਰੇ ਕੰਟਰੀ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਬੜੇ ਸਾਰੇ ਰੀਜਨਲ ਰੂਰਲ ਬੈਂਕਸ ਬਣਾਏ ਨੇ ਜਿਹੜੇ ਕਿ ਪ੍ਰਪੋਜ਼ ਕੀਤੇ ਗਏ ਸੀ 1977 ਦੇ ਵਿੱਚ ਕਿ 50 ਰੀਜਨਲ ਰੂਰਲ ਬੈਂਕਸ RRBs ਜਿਹੜੇ ਨੇ ਬਣਾਏ ਜਾਣਗੇ ਤੇ ਇਹਦੇ ਵਿੱਚ ਕੁਝ ਹਿੱਸਾ ਸੈਂਟਰ ਗਵਰਨਮੈਂਟ ਦਾ ਹੁੰਦਾ, ਕੁਝ ਸਪਾਂਸਰਡ ਬੈਂਕ ਜਿਵੇਂ ਕਿ ਕਮਰਸ਼ੀਅਲ ਬੈਂਕਸ ਦਾ ਹੁੰਦਾ ਤੇ ਕੁਝ ਸਟੇਟ ਗਵਰਨਮੈਂਟਸ ਦਾ ਹੁੰਦਾ। ਇਹ 50-15 ਤੇ 35 ਦੀ ਰੇਸ਼ੋ ਹੈ, ਮਤਲਬ ਕਿ 50% ਜਿਹੜਾ ਹੈ ਰੀਜਨਲ ਰੂਰਲ ਬੈਂਕਸ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੀ ਕੰਟਰੀਬਿਊਸ਼ਨ ਹੁੰਦੀ ਹੈ, ਜਿਹਦੇ ਵਿੱਚੋਂ 15% ਸਟੇਟ ਗਵਰਨਮੈਂਟ ਦੀ ਹੁੰਦੀ ਹੈ ਤੇ 35% ਸ਼ੇਅਰ ਜਿਹੜਾ ਹੈ ਉਹ ਸਪਾਂਸਰਸ਼ਿਪ ਕਮਰਸ਼ੀਅਲ ਬੈਂਕਸ ਦੀ ਹੁੰਦੀ ਹੈ, ਸਪਾਂਸਰਡ ਬੈਂਕਸ ਦੀ ਹੁੰਦੀ ਹੈ ਜਿਨ੍ਹਾਂ ਨੇ ਪਾਰਟੀਸਿਪੇਸ਼ਨ ਵਿੱਚ ਕੀਤੀ ਹੋਵੇ। ਸੋ ਇਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ ਜਿਹੜੇ ਨੇ ਫਾਰਮਿੰਗ ਕਮਿਊਨਿਟੀ ਜਾਂ ਐਗਰੀਕਲਚਰ ਸੈਕਟਰ ਦੇ ਵਿੱਚ ਟਾਈਮ ਆਫਟਰ ਟਾਈਮ ਜਿਹੜਾ ਹੈ ਕ੍ਰੈਡਿਟ ਪ੍ਰੋਵਾਈਡ ਕਰਨ ਦੇ ਲਈ। ਤੇ ਇਸ ਦੇ ਨਾਲ ਹੀ ਅੱਗੇ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਟਾਈਮ ਆਫਟਰ ਟਾਈਮ ਸਕੀਮਸ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਨੇ ਕਮਰਸ਼ੀਅਲ ਬੈਂਕਸ ਦੇ ਵੱਲੋਂ, ਜਿਹਦੇ ਵਿੱਚੋਂ ਲੀਡ ਬੈਂਕ ਸਕੀਮ ਹੈ, ਵਿਲੇਜ ਅਡੋਪਸ਼ਨ ਸਕੀਮ ਹੈ ਕਿ ਵਿਲੇਜ ਅਡੋਪਟ ਕਰ ਲਿੱਤਾ ਗਿਆ ਤੇ ਉਸਨੂੰ ਅੱਗੇ ਉਹਨਾਂ ਦੀ ਟੇਕ ਕੇਅਰ ਕੀਤੀ ਗਈ, ਉਹਨਾਂ ਦੇ ਲੋਕਾਂ ਦੀ ਸਰਵਿਸ ਏਰੀਆ ਪਲਾਨ, ਇੰਟੈਂਸਿਵ ਸੈਂਟਰ ਸਕੀਮ, ਐਗਰੀਕਲਚਰ ਫਾਈਨੈਂਸ ਕਾਰਪੋਰੇਸ਼ਨ। ਸੋ ਕਈ ਤਰ੍ਹਾਂ ਦੀਆਂ ਸਕੀਮਸ ਸ਼ੁਰੂ ਕੀਤੀਆਂ ਗਈਆਂ ਗਵਰਨਮੈਂਟ ਦੇ ਵੱਲੋਂ ਕਮਰਸ਼ੀਅਲ ਬੈਂਕਸ ਦੀ ਹੈਲਪ ਦੇ ਨਾਲ, ਤਾਂ ਕਿ ਪਿੰਡਾਂ ਦੇ ਵਿੱਚ ਰੂਰਲ ਕ੍ਰੈਡਿਟ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਵਿੱਚ ਲਿਆ ਜਾ ਸਕੇ। ਫਿਰ ਇਸ ਤੋਂ ਇਲਾਵਾ ਐਗਰੀਕਲਚਰ ਰੀਫਾਈਨੈਂਸ ਐਂਡ ਡਿਵੈਲਪਮੈਂਟ ਇੰਸਟੀਟਿਊਸ਼ਨ ਟਾਈਮ ਆਫਟਰ ਟਾਈਮ ਗਵਰਨਮੈਂਟ ਨੇ ਸੈੱਟ ਕੀਤੇ ਜਿਹੜੇ ਕਿ ਲੌਂਗ ਟਰਮ ਕ੍ਰੈਡਿਟ ਫੈਸਿਲਿਟੀ ਜਿਹੜੀ ਹੈ ਉਹਨਾਂ ਨੂੰ ਤੇ ਸ਼ਾਰਟ ਟਰਮ ਕ੍ਰੈਡਿਟ ਫੈਸਿਲਿਟੀ ਨੂੰ ਫਾਰਮਰਸ ਤੱਕ ਪ੍ਰੋਵਾਈਡ ਕਰਦੇ ਨੇ। ਸਟੇਟ ਬੈਂਕ ਆਫ ਇੰਡੀਆ ਵੀ ਜਿਹੜਾ ਹੈ ਆਪਣੇ ਲੈਵਲ ਦੇ ਉੱਤੇ ਜਿਹੜਾ ਹੈ ਰੋਲ ਪਲੇ ਕਰ ਰਿਹਾ ਹੈ ਐਗਰੀਕਲਚਰ ਫਾਈਨੈਂਸ, ਸ਼ਾਰਟ ਟਰਮ ਤੇ ਲੌਂਗ ਟਰਮ ਲੋਨ ਫਾਰਮਰਸ ਨੂੰ ਦੇਣ ਦੇ ਲਈ, ਡਾਇਰੈਕਟਲੀ ਵੀ ਤੇ ਇਨਡਾਇਰੈਕਟਲੀ ਗਰੰਟੀ ਚੱਕ ਕੇ ਵੀ। ਰਿਜ਼ਰਵ ਬੈਂਕ ਆਫ ਇੰਡੀਆ ਨੇ ਵੀ ਟਾਈਮ ਆਫਟਰ ਟਾਈਮ ਅਲੱਗ-ਅਲੱਗ ਅਡੋਪਸ਼ਨ ਸਕੀਮਸ ਸ਼ੁਰੂ ਕੀਤੀਆਂ ਨੇ। ਇਸੇ ਰਿਜ਼ਰਵ ਬੈਂਕ ਆਫ ਇੰਡੀਆ ਦਾ ਹੀ ਜਿਹੜਾ ਹੈ ਇਨੀਸ਼ੀਏਟਿਵ ਸੀਗਾ ਕਿ ਉਸਨੇ ਨਬਾਰਡ ਨੂੰ ਸ਼ੁਰੂ ਕੀਤਾ ਗਿਆ, ਨੈਸ਼ਨਲ ਬੈਂਕ ਫॉर ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ 1981 ਦੇ ਵਿੱਚ। RBI ਨੇ ਜਦੋਂ ਦੇਖਿਆ, ਵਰਲਡ ਬੈਂਕ ਦੇ ਨਾਲ ਗੱਲਬਾਤ ਕੀਤੀ ਗਈ ਕਿ ਹਾਂ ਵੀ ਇੱਕ ਇਹੋ ਜਿਹਾ ਬੈਂਕ ਹੋਣਾ ਚਾਹੀਦਾ ਹੈ, ਅਪੈਕਸ ਇੰਸਟੀਟਿਊਸ਼ਨ ਜਿਹੜਾ ਕਿ ਸਿਰਫ ਐਗਰੀਕਲਚਰ ਤੇ ਰੂਰਲ ਡਿਵੈਲਪਮੈਂਟ ਦੇ ਵੱਲ ਧਿਆਨ ਦੇਵੇ। ਸੋ ਨਬਾਰਡ ਨੂੰ ਇਸਟੈਬਲਿਸ਼ ਕੀਤਾ ਗਿਆ 12 ਜੁਲਾਈ 1982 ਦੇ ਵਿੱਚ। ਇਹਦੀ ਆਥੋਰਾਈਜ਼ਡ ਕੈਪੀਟਲ ਸੀ 500 ਕਰੋੜ ਦੀ ਤੇ ਪੇਡ ਅਪ ਕੈਪੀਟਲ ਸੀ 100 ਕਰੋੜ ਦੀ। ਇਹ ਇੱਕ ਰੀਫਾਈਨੈਂਸਿੰਗ ਇੰਸਟੀਟਿਊਸ਼ਨ ਹੈ ਜਿਹੜਾ ਕਿ ਫਾਰਮਰਸ ਦੇ ਦਿੱਤੇ ਹੋਏ ਕਰਜ਼ੇ ਨੂੰ ਰੀਫਾਈਨੈਂਸ ਵੀ ਕਰਦਾ ਹੈ ਤੇ ਲੌਂਗ ਟਰਮ ਲੋਨ ਕੋਆਪਰੇਟਿਵ ਬੈਂਕਸ, ਕਮਰਸ਼ੀਅਲ ਬੈਂਕਸ, ਰੀਜਨਲ ਰੂਰਲ ਬੈਂਕਸ, ਇਹਨਾਂ ਨੂੰ ਸਾਰਿਆਂ ਨੂੰ ਜਾਂ ਲੈਂਡ ਡਿਵੈਲਪਮੈਂਟ ਬੈਂਕਸ ਨੂੰ ਲੌਂਗ ਟਰਮ ਲੋਨ ਵੀ ਪ੍ਰੋਵਾਈਡ ਕਰਦਾ ਤਾਂ ਕਿ ਉਹ ਫਾਰਮਰਸ ਨੂੰ ਹੈਲਪ ਕਰ ਸਕਣ। ਸੋ ਈਜ਼ੀ ਪਰਫਾਰਮੈਂਸ ਓਵਰ ਦਾ ਪੀਰੀਅਡ ਆਫ ਟਾਈਮ, ਜਿਵੇਂ ਸੈਂਟਰ ਬੈਂਕ ਜਿਹੜਾ ਹੈ ਹੋਰ ਬੈਂਕਾਂ ਦੀ ਦੇਖ ਰੇਖ ਕਰਦਾ, ਇਵੇਂ ਹੀ ਜਿਹੜੇ ਪਿੰਡਾਂ ਦੇ ਬੈਂਕ ਨੇ, ਕੋਆਪਰੇਟਿਵ ਸੁਸਾਇਟੀਜ਼ ਨੇ, ਕੋਆਪਰੇਟਿਵ ਬੈਂਕਸ ਨੇ, ਪੇਂਡੂ ਗ੍ਰਾਮੀਣ ਬੈਂਕਸ ਨੇ, ਉਹਨਾਂ ਦੀ ਟੇਕ ਕੇਅਰ ਜਿਹੜਾ ਹੈ ਸੁਪਰਵਿਜ਼ਨ ਜਿਹੜਾ ਹੈ ਉਹ ਨਬਾਰਡ ਦੇ ਹੱਥ ਵਿੱਚ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਸਮਾਲ ਫਾਰਮਰ ਡਿਵੈਲਪਮੈਂਟ ਏਜੰਸੀ ਤੇ ਮਾਰਜਨਲ ਫਾਰਮਰ ਐਂਡ ਐਗਰੀਕਲਚਰ ਲੇਬਰ ਏਜੰਸੀ, ਇਹਨੂੰ ਬੋਲਦੇ ਨੇ ਸਮਾਲ ਫਾਰਮਰ ਡਿਵੈਲਪਮੈਂਟ ਏਜੰਸੀ ਨੂੰ SFDA, ਸਮਾਲ ਫਾਰਮਰਸ ਡਿਵੈਲਪਮੈਂਟ ਏਜੰਸੀ, ਤੇ MFALA, ਮਫਲਾ ਮਤਲਬ ਮਾਰਜਨਲ ਫਾਰਮਰਸ ਐਗਰੀਕਲਚਰ ਲੇਬਰਰ ਏਜੰਸੀ। ਸੋ ਇਹ ਸਪੈਸੀਫਿਕਲੀ ਸਮਾਲ ਫਾਰਮਰਸ ਜਿਨ੍ਹਾਂ ਦੀ ਜ਼ਮੀਨ ਘੱਟ ਆ ਜਾਂ ਜਿਨ੍ਹਾਂ ਤੋਂ ਜ਼ਮੀਨ ਨਹੀਂ ਹੈ ਉਹਨਾਂ ਦੇ ਲਈ ਇਹ ਸਕੀਮਸ ਗਵਰਨਮੈਂਟ ਨੇ ਲਾਂਚ ਕੀਤੀਆਂ ਨੇ ਕਿ ਸਿਰਫ ਅਮੀਰ ਕਿਸਾਨ ਨੂੰ ਹੀ ਫਾਇਦਾ ਨਾ ਹੋ ਸਕੇ, ਗਰੀਬ ਕਿਸਾਨ ਨੂੰ ਵੀ ਇਹਨਾਂ ਸਕੀਮਸ ਦਾ ਜਿਹੜਾ ਹੈ ਫਾਈਨੈਂਸਿਸ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਉਹਨਾਂ ਨੂੰ ਵੀ ਫਾਇਦਾ ਹੋ ਸਕੇ। ਪਰ ਫਿਰ ਵੀ ਅਸੀਂ ਇਸ ਦੇ ਰਿਲੇਟਡ ਗੱਲ ਕਰਾਂਗੇ, ਚਾਹੇ ਗਵਰਨਮੈਂਟ ਨੇ ਬਹੁਤ ਸਾਰੇ ਸਟੈਪ ਟਾਈਮ ਆਫਟਰ ਟਾਈਮ ਲਏ ਨੇ, ਬਟ ਫਿਰ ਵੀ ਕਿਤੇ ਨਾ ਕਿਤੇ ਹਜੇ ਵੀ ਸਿਸਟਮ ਦੇ ਵਿੱਚ ਕਮੀ ਹੈ। ਹਜੇ ਵੀ ਜਿਹੜੇ ਫਾਰਮਰਸ ਨੇ ਪੇਪਰ ਵਰਕ ਨੂੰ ਅਵੋਇਡ ਕਰਦੇ ਨੇ, ਹਜੇ ਵੀ ਫਾਰਮਰਸ ਜਿਹੜੇ ਨੇ ਰੇਟ ਆਫ ਇੰਟਰਸਟ ਪੇ ਨਾ ਕਰਨ ਦੀ ਸੂਰਤ ਦੇ ਵਿੱਚ ਆੜਤੀਏ ਦੇ ਕੋਲ ਵੀ ਮਤਲਬ ਕਮਿਸ਼ਨ ਏਜੰਟ ਕੋਲ ਜਾਂ ਮਨੀ ਲੈਂਡਰਸ ਕੋਲ ਹੀ ਜਾਂਦੇ ਨੇ, ਕਿਉਂਕਿ ਉੱਥੇ ਜ਼ਿਆਦਾ ਸਿਕਿਉਰ ਫੀਲ ਕਰਦੇ ਨੇ, ਕਿਉਂਕਿ ਉਹਨਾਂ ਦੇ ਜ਼ਿਆਦਾਤਰ ਜਿਹੜੇ ਕਰਜ਼ੇ ਨੇ ਉਹ ਅਨਪ੍ਰੋਡਕਟਿਵ ਪਰਪਸਿਸ ਦੀ ਡਿਮਾਂਡ ਨੂੰ ਫੁੱਲਫਿਲ ਕਰਦੇ ਨੇ। ਖਰਚੇ ਬਹੁਤ ਜ਼ਿਆਦਾ ਨੇ, ਸਾਰੇ ਦੇ ਸਾਰੇ ਖਰਚੇ ਜਿਹੜੇ ਨੇ ਉਹ ਪ੍ਰੋਡਕਟਿਵ ਨਹੀਂ ਨੇ, ਇਸ ਲਈ ਉਹਨਾਂ ਨੂੰ ਅਨਆਰਗੇਨਾਈਜ਼ਡ ਸੈਕਟਰ ਵੱਲ ਵੀ ਦੇਖਣਾ ਪੈਂਦਾ, ਉਹਨਾਂ ਤੋਂ ਕਰਜ਼ਾ ਜ਼ਿਆਦਾ ਲੈਂਦੇ ਆ, ਜਿੱਥੇ ਕਿ ਸਾਡਾ ਜਿਹੜਾ ਹੈ ਸਾਰੀਆਂ ਗਵਰਨਮੈਂਟ ਦੀਆਂ ਸਕੀਮਸ ਜਿਹੜੀਆਂ ਨੇ ਅਨਆਰਗੇਨਾਈਜ਼ਡ ਸੈਕਟਰ ਨੂੰ ਕੰਟਰੋਲ ਕਰਨ ਦੀਆਂ ਜਿਹੜੀਆਂ ਨੇ ਉਹ ਅੱਛੀ ਤਰੀਕੇ ਨਾਲ ਕੰਮ ਨਹੀਂ ਕਰ ਸਕਦੀਆਂ। ਸੋ ਇਹ ਚੈਪਟਰ ਕੰਪਲੀਟ ਹੋ ਗਿਆ ਬੱਚੇ, ਐਗਰੀਕਲਚਰ ਫਾਈਨੈਂਸ ਔਰ ਰੂਰਲ ਕ੍ਰੈਡਿਟ। ਸੋ ਇਸ ਤੋਂ ਬਾਅਦ ਆਪਾਂ ਅਗਲੇ ਚੈਪਟਰ ਵੱਲ ਧਿਆਨ ਦੇਵਾਂਗੇ। ਇਸ ਚੈਪਟਰ 'ਚ ਕੋਈ ਵੀ ਪ੍ਰੋਬਲਮ ਹੋਏ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਥੈਂਕ ਯੂ।